सत श्री अकाल दोस्तों, वेलकम टू डोर स्टैप एजुकेशन पॉइंट। अज दी क्लास विच इंडक्टिव एंड डिडक्टिव मैथड नूं बड़े चंगे तरीके नाल समझण जा रहे हैं। वैसे तो ये टॉपिक अंग्रेजी पैडागोजी लई काफ़ी इंपॉर्टेंट है, बट फिर भी CDP दे सैक्शन चों, पंजाबी दे सैक्शन चों, मैथ, साइंस, SST इन्हां सैक्शन दी पैडागोजी विच भी ਇਹ ਜਿਹੜਾ ਸਵਾਲ ਹੈਗਾ ਜੀ, ਕੁਐਸਚਨ ਹੈਗਾ ਆ ਇੰਡਕਟਿਵ ਐਂਡ ਡਿਡਕਟਿਵ ਮੈਥਡ ਤੋਂ ਪੁੱਛ ਲਿਆ ਜਾਂਦਾ। ਸਭ ਤੋਂ ਪਹਿਲਾਂ ਇੱਕ ਬੇਸਿਕ ਗੱਲ ਸਮਝ ਲਓ ਕਿ ਇੰਡਕਟਿਵ ਮੈਥਡ ਨੂੰ ਤੁਸੀਂ ਆਗਮਨ ਵਿਧੀ ਕਹਿੰਦੇ ਹੋ ਤੇ ਡਿਡਕਟਿਵ ਮੈਥਡ ਨੂੰ ਤੁਸੀਂ ਨਿਗਮਨ ਵਿਧੀ ਕਹਿੰਦੇ ਹੋ। ਇੱਕ ਵਾਰ ਫਿਰ ਤੋਂ ਵੇਖ ਲੈਂਦੇ ਆ ਜੀ। ਇੰਡਕਟਿਵ ਨੂੰ ਤੁਸੀਂ ਆਗਮਨ ਵਿਧੀ ਕਹਿੰਦੇ ਹੋ ਤੇ ਡਿਡਕਟਿਵ ਮੈਥਡ ਨੂੰ ਤੁਸੀਂ ਨਿਗਮਨ ਵਿਧੀ ਕਹਿੰਦੇ ਹੋ। ਕੰਪਲੀਟ ਅੰਡਰਸਟੈਂਡਿੰਗ ਲਈ ਵੀਡੀਓ ਨੂੰ ਲਾਸਟ ਤੱਕ ਵੇਖਿਓ। ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ। ਆਪਾਂ ਗੱਲ ਕਰ ਰਹੇ ਸੀ ਇੰਡਕਟਿਵ ਐਂਡ ਡਿਡਕਟਿਵ ਮੈਥਡ ਦੀ। ਇਹ ਦੋਨੋਂ ਹੀ ਟੀਚਿੰਗ ਮੈਥਡ ਨੇ ਜਿਨ੍ਹਾਂ ਦੇ ਥਰੂ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਐਂਡ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਆਪਾਂ ਇੰਡਕਟਿਵ ਐਂਡ ਡਿਡਕਟਿਵ ਮੈਥਡ ਦੀ ਵਰਤੋਂ ਕਰਦੇ ਹਾਂ। ਇਹਨਾਂ ਦੋਨਾਂ ਦੀ ਹੀ ਆਪਣੀਆਂ ਲਾਭ ਹਾਨੀਆਂ ਨੇ। ਇੱਕ ਟੇਬਲ ਦੀ ਮਦਦ ਨਾਲ ਆਪਾਂ ਇਸ ਕਨਸੈਪਟ ਨੂੰ ਸਮਝ ਲੈਂਦੇ ਹਾਂ ਐਂਡ ਇਸ ਟੇਬਲ ਦੀ ਮਦਦ ਨਾਲ ਆਪਾਂ ਕੰਪੈਰੀਜ਼ਨ ਵੀ ਕਰਾਂਗੇ ਇਹਨਾਂ ਦੋਨਾਂ ਮੈਥਡਸ ਦਾ। ਸੋ ਵੇਖ ਸਕਦੇ ਹੋ ਤੁਸੀਂ, ਸਭ ਤੋਂ ਪਹਿਲਾਂ ਹੈਗਾ ਜੀ ਇੰਡਕਟਿਵ ਮੈਥਡ। ਇੰਡਕਟਿਵ ਮੈਥਡ ਹੈ, ਉਸ ਤੋਂ ਬਾਅਦ ਡਿਡਕਟਿਵ ਮੈਥਡ ਹੈ। ਸਬ ਪੁਆਇੰਟ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹ ਅਪਰੋਚਸ ਹੈਗੀਆਂ ਨੇ, ਪੜਾਉਣ ਦੀਆਂ ਅਪਰੋਚਸ ਹੈਗੀਆਂ ਨੇ ਬੱਚਿਆਂ ਨੂੰ। ਤੇ ਜਦੋਂ ਵੀ ਆਪਾਂ ਬੱਚਿਆਂ ਨੂੰ ਇੰਡਕਟਿਵ ਮੈਥਡ ਪੜਾਉਨੇ ਆ ਤੇ ਉਹਦੇ ਵਿੱਚ ਪਹਿਲਾਂ ਆਪਾਂ ਬੱਚਿਆਂ ਨੂੰ ਕੁਝ ਐਗਜ਼ਾਮਪਲਸ ਦੱਸਦੇ ਆ। ਐਗਜ਼ਾਮਪਲਸ ਦੱਸਣ ਤੋਂ ਬਾਅਦ ਆਪਾਂ ਰੂਲਸ ਵੱਲ ਜਾਂਦੇ ਆ। ਇਹਨੂੰ ਆਪਾਂ ਕਹਿ ਦਿੰਦੇ ਆ ਜੀ ਇੰਡਕਟਿਵ ਮੈਥਡ। ਭਾਵ ਇਹ ਕਿ ਪਹਿਲਾਂ ਬੱਚਿਆਂ ਕੋਲ ਕੁਝ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ, ਐਗਜ਼ਾਮਪਲਾਂ ਤੋਂ ਬਾਅਦ ਬੱਚੇ ਖੁਦ ਹੀ ਉਹਨਾਂ ਐਗਜ਼ਾਮਪਲਸ ਨੂੰ ਜਰਨਲਾਈਜ਼ ਕਰਦੇ ਨੇ, ਕਨਕਲੂਜਨ ਕੱਢਦੇ ਨੇ, ਖੁਦ ਕੰਮ ਕਰਦੇ ਨੇ ਇਹਦੇ ਵਿੱਚ। ਜਦੋਂ ਕਿ ਆਪਾਂ ਡਿਡਕਟਿਵ ਮੈਥਡ ਦੀ ਗੱਲ ਕਰੀਏ ਤੇ ਪਹਿਲਾਂ ਬੱਚਿਆਂ ਨੂੰ ਸਿੱਧੇ ਰੂਲਸ ਦੇ ਦਿੱਤੇ ਜਾਂਦੇ ਨੇ, ਰੂਲਸ ਕਰਾਉਣ ਤੋਂ ਬਾਅਦ ਬੱਚਿਆਂ ਨੂੰ ਐਗਜ਼ਾਮਪਲਸ ਕਰਵਾਈਆਂ ਜਾਂਦੀਆਂ ਨੇ। ਸੋ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹਨੂੰ ਆਪਾਂ ਡਿਡਕਟਿਵ ਮੈਥਡ ਕਹਿੰਦੇ ਆ। ਐਮਫੈਸਿਸ ਦੀ ਗੱਲ ਕਰੀਏ ਤੇ ਮੰਨ ਲਓ ਕਿ ਜੇਕਰ ਤੁਸੀਂ ਬੱਚਿਆਂ ਨੂੰ ਇੰਡਕਟਿਵ ਮੈਥਡ ਨਾਲ ਪੜ੍ਹਾ ਰਹੇ ਹੋ, ਇੰਡਕਟਿਵ ਮੈਥਡ ਨਾਲ ਪੜ੍ਹਾਉਣ ਨਾਲ ਤੁਸੀਂ ਕੀ ਕਰਦੇ ਹੋ, ਬੱਚੇ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਰੋਲ ਹੈਗਾ ਆ ਉਹ ਐਕਸਪਲੋਰ ਕਰਦੇ ਨੇ ਨਵੀਆਂ ਚੀਜ਼ਾਂ ਨੂੰ, ਕਿਉਂਕਿ ਉਹਦੇ ਵਿੱਚ ਬੱਚੇ ਖੁਦ ਹੀ ਐਗਜ਼ਾਮਪਲ ਦੇ ਥਰੂ ਕੀ ਕਰ ਰਹੇ ਆ, ਜਰਨਲਾਈਜ਼ ਕਰ ਰਹੇ ਆ, ਕਨਕਲੂਜਨ ਵਗੈਰਾ ਕੱਢ ਰਹੇ ਆ, ਜਿਹਦੇ ਕਰਕੇ ਉਹ ਇਨਵੈਸਟੀਗੇਸ਼ਨ ਵੀ ਕਰ ਰਹੇ ਆ ਉਸ ਮੈਥਡ ਦੇ ਥਰੂ। ਠੀਕ ਹੈ ਜੀ, ਜਦੋਂ ਵੀ ਇੰਡਕਟਿਵ ਮੈਥਡ ਦੀ ਆਪਾਂ ਗੱਲ ਕਰਦੇ ਹਾਂ। ਬਟ ਜਦੋਂ ਵੀ ਆਪਾਂ ਡਿਡਕਟਿਵ ਮੈਥਡ ਦੀ ਗੱਲ ਕਰਦੇ ਹਾਂ, ਕਿਉਂਕਿ ਸਿਰਫ ਬੱਚਿਆਂ ਨੂੰ ਰੂਲਸ ਹੀ ਦੱਸੇ ਗਏ ਆ, ਰੂਲਸ ਦੱਸਣ ਦੇ ਨਾਲ ਉਹ ਕੀ ਕਰ ਰਹੇ ਆ, ਸਿਰਫ ਫੋਲੋਇੰਗ ਰੂਲਸ, ਕਿ ਉਹ ਰੂਲਸ ਨੂੰ ਫੋਲੋ ਕਰ ਰਹੇ ਆ ਤੇ ਜਿਹੜਾ ਪ੍ਰੋਸੀਜਰ ਹੈਗਾ ਆ ਉਹਨੂੰ ਫੋਲੋ ਕਰਕੇ ਜਿਹੜਾ ਵੀ ਸਵਾਲ ਦਿੱਤਾ ਗਿਆ, ਕੁਐਸਚਨ ਦਿੱਤਾ ਗਿਆ, ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਐਂਡ ਰੂਲਸ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤੇ ਗਏ ਆ। ਜੇਕਰ ਆਪਾਂ ਗੱਲ ਕਰੀਏ ਸਟੂਡੈਂਟ ਇਨਵੋਲਵਮੈਂਟ ਦੀ, ਸਟੂਡੈਂਟ ਇਨਵੋਲਵਮੈਂਟ ਦੀ ਜਿਹੜੀ ਕਿ ਗੱਲ ਹੈਗੀ ਆ, ਇਹਦੇ ਵਿੱਚ ਹੁੰਦੀ ਹੈ ਐਕਟਿਵ, ਕਿਹਦੇ ਵਿੱਚ, ਇੰਡਕਟਿਵ ਮੈਥਡ ਵਿੱਚ। ਕਿਉਂਕਿ ਇੰਡਕਟਿਵ ਮੈਥਡ ਦੇ ਵਿੱਚ ਬੱਚਾ ਐਕਟੀਵਿਟੀਜ਼ ਵੱਧ ਤੋਂ ਵੱਧ ਕਰੇਗਾ ਐਂਡ ਇਹਦੇ ਵਿੱਚ ਬੱਚੇ ਨੂੰ ਰੂਲਸ ਤਾਂ ਦੱਸੇ ਨਹੀਂ ਗਈ, ਉਹਨੂੰ ਪਹਿਲਾਂ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ। ਐਗਜ਼ਾਮਪਲਸ ਤੋਂ ਬਾਅਦ ਬੱਚਾ ਰੂਲਸ ਵੱਲ ਨੂੰ ਜਾ ਰਿਹਾ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇੰਡਕਟਿਵ ਮੈਥਡ ਦੇ ਵਿੱਚ ਬੱਚਿਆਂ ਦੀ ਜਿਹੜੀ ਇਨਵੋਲਵਮੈਂਟ ਹੁੰਦੀ ਆ ਉਹ ਐਕਟਿਵ ਹੁੰਦੀ ਹੈ। ਤੇ ਜਦੋਂ ਆਪਾਂ ਡਿਡਕਟਿਵ ਮੈਥਡ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਬੱਚਿਆਂ ਦੀ ਇਨਵੋਲਵਮੈਂਟ ਪਾਸਿਵ ਹੁੰਦੀ ਆ। ਕਿਉਂਕਿ ਬੱਚਿਆਂ ਨੂੰ ਪਹਿਲਾਂ ਹੀ ਰੂਲਸ ਦੱਸ ਦਿੱਤੇ ਗਏ ਆ, ਬੱਚਾ ਸਿਰਫ ਰੂਲਸ ਨੂੰ ਫੋਲੋ ਕਰ ਰਿਹਾ, ਰੂਲਸ ਤੋਂ ਬਾਅਦ ਉਹਨੂੰ ਐਗਜ਼ਾਮਪਲਸ ਕਰਵਾਈਆਂ ਗਈਆਂ। ਜੇਕਰ ਆਪਾਂ ਗੱਲ ਕਰੀਏ ਕ੍ਰੀਏਟਿਵਿਟੀ ਦੀ, ਕ੍ਰੀਏਟਿਵਿਟੀ ਦੇ ਵਿੱਚ ਜਿਹੜੀ ਕਿ ਹੈਗੀ ਆ ਕ੍ਰੀਏਟਿਵਿਟੀ ਐਂਡ ਕ੍ਰਿਟੀਕਲ ਥਿੰਕਿੰਗ, ਇਹ ਐਨਕਰੇਜਡ ਹੈ। ਤੇ ਡਿਡਕਟਿਵ ਮੈਥਡ ਦੇ ਵਿੱਚ ਫੋਕਸਡ ਔਨ ਐਪਲੀਕੇਸ਼ਨ, ਕਿ ਇਹਦੇ ਵਿੱਚ ਤਾਂ ਜਿਹੜਾ ਬੱਚਾ ਹੈਗਾ ਆ ਇਹਦੇ ਵਿੱਚ ਕ੍ਰੀਏਟਿਵਿਟੀ ਵੇਖਣ ਨੂੰ ਮਿਲੇਗੀ, ਕਿਉਂਕਿ ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕਰੇਗਾ, ਆਪਦਾ ਦਿਮਾਗ ਲਗਾਏਗਾ, ਬ੍ਰੇਨ ਯੂਜ਼ ਕਰੇਗਾ। ਜਦੋਂ ਕਿ ਡਿਡਕਟਿਵ ਮੈਥਡ ਦੇ ਵਿੱਚ ਜਿਹੜੇ ਪਹਿਲਾਂ ਤੋਂ ਹੀ ਰੂਲਸ ਉਹਨੂੰ ਦੇ ਦਿੱਤੇ ਗਏ ਆ, ਉਹਨੂੰ ਸਿਰਫ ਐਪਲੀਕੇਸ਼ਨ ਕਰਨ ਦਾ ਕੰਮ ਕਰ ਰਿਹਾ, ਸਿਰਫ ਉਹਨਾਂ ਨੂੰ ਅਪਲਾਈ ਹੀ ਤਾਂ ਕਰ ਰਿਹਾ ਨਾ ਡਿਡਕਟਿਵ ਮੈਥਡ ਦੇ ਵਿੱਚ। ਸੋ ਇਹਦੇ ਵਿੱਚ ਕਰ ਰਿਹਾ ਫੋਕਸ ਔਨ ਐਪਲੀਕੇਸ਼ਨ। ਜੇਕਰ ਆਪਾਂ ਕ੍ਰੀਏਟਿਵਿਟੀ ਐਂਡ ਕ੍ਰਿਟੀਕਲ ਥਿੰਕਿੰਗ ਦੀ ਗੱਲ ਕਰਦੇ ਹਾਂ ਤੇ ਇੱਕ ਲਾਸਟ ਤੇ ਪੁਆਇੰਟ ਆ ਗਿਆ ਜੀ ਟੀਚਰਸ ਦਾ ਰੋਲ, ਕਿ ਟੀਚਰਸ ਦਾ ਰੋਲ ਇੰਡਕਟਿਵ ਮੈਥਡ ਵਿੱਚ ਕੀ ਹੁੰਦਾ ਤੇ ਡਿਡਕਟਿਵ ਮੈਥਡ ਵਿੱਚ ਕੀ ਹੁੰਦਾ ਹੈ। ਟੀਚਰਸ ਨੇ ਤਾਂ ਇੰਡਕਟਿਵ ਮੈਥਡ ਦੇ ਵਿੱਚ ਸਿਰਫ ਉਹਨੂੰ ਐਗਜ਼ਾਮਪਲਸ ਕਰਵਾਈਆਂ। ਸੇ ਐਗਜ਼ਾਮਪਲਸ ਕਰਾਉਣ ਤੋਂ ਬਾਅਦ ਬੱਚੇ ਨੂੰ ਜਿੱਥੇ ਲੋੜ ਪੈ ਰਹੀ ਆ, ਟੀਚਰ ਉਹਦੀ ਹੈਲਪ ਵੀ ਕਰੇਗਾ ਐਜ਼ ਅ ਫੈਸਿਲਿਟੇਟਰ। ਸੋ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਟੀਚਰ ਦਾ ਜਿਹੜਾ ਰੋਲ ਹੈਗਾ ਜੀ ਉਹ ਕੀ ਹੈਗਾ ਜੀ, ਫੈਸਿਲਿਟੇਟਰ ਹੈਗਾ ਆ। ਬਟ ਜਦੋਂ ਆਪਾਂ ਗੱਲ ਕਰਦੇ ਹਾਂ ਟੀਚਰ ਦਾ ਰੋਲ ਡਿਡਕਟਿਵ ਮੈਥਡ ਦੇ ਵਿੱਚ, ਸੋ ਡਿਡਕਟਿਵ ਮੈਥਡ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਪ੍ਰਾਇਮਰੀ ਸੋਰਸ ਆਫ ਇਨਫੋਰਮੇਸ਼ਨ, ਵਿਦਆਊਟ ਟੀਚਰਸ ਬੱਚੇ ਇਹ ਕੰਮ ਕਰ ਹੀ ਨਹੀਂ ਸਕਦੇ, ਕਿਉਂਕਿ ਰੂਲਸ ਦੱਸਣ ਦਾ ਜਿਹੜਾ ਕੰਮ ਹੈਗਾ ਆ, ਜਿਹੜੀ ਪਹਿਲਾਂ ਵਾਲੀ ਜਿਹੜੀ ਜਾਣਕਾਰੀ ਹੈਗੀ ਆ ਉਹ ਟੀਚਰ ਦੁਆਰਾ ਹੀ ਦਿੱਤੀ ਜਾਂਦੀ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਟੀਚਰ ਇੱਥੇ ਪ੍ਰਾਇਮਰੀ ਸੋਰਸ ਹੁੰਦਾ ਆ ਇਨਫੋਰਮੇਸ਼ਨ ਦੇਣ ਦਾ। ਸੋ ਉਮੀਦ ਮੈਂ ਇਹੀ ਕਰੂੰਗਾ ਇਸ ਛੋਟੀ ਜਿਹੀ ਵੀਡੀਓ ਵਿੱਚ ਤੁਸੀਂ ਸਮਝ ਗਏ ਹੋਣੇ ਆ ਕਿ ਇੰਡਕਟਿਵ ਐਂਡ ਡਿਡਕਟਿਵ ਮੈਥਡ ਕੀ ਹੁੰਦਾ ਹੈ। ਮੇਜਰ ਜੇ ਆਪਾਂ ਗੱਲ ਕਰੀਏ
ਪੇਪਰਾਂ ਵਿੱਚ ਤੁਹਾਡੇ ਤੋਂ ਇਹ ਸਵਾਲ ਪੁੱਛ ਲਿਆ ਜਾਂਦਾ ਕਿ ਇੰਡਕਟਿਵ ਮੈਥਡ ਵਿੱਚ ਆਪਾਂ ਐਗਜ਼ਾਮਪਲਸ ਟੂ ਰੂਲ ਵੱਲ ਜਾਂਦੇ ਆ ਜਾਂ ਫਿਰ ਰੂਲਸ ਟੂ ਐਗਜ਼ਾਮਪਲਸ ਵੱਲ ਨੂੰ ਜਾਂਦੇ ਆ। ਹੋ ਸਕਦਾ ਕਿ ਇਹਨਾਂ ਟਰਮਸ ਦੀ ਥੋੜੀ ਜੀ ਜਿਹੜੀ ਲੈਂਗੁਏਜ ਹੈਗੀ ਆ ਉਹ ਚੇਂਜ ਕਰ ਦਿੱਤੀ ਜਾਵੇ, ਬਟ ਇੱਕ ਜਿਹੜਾ ਕੰਸੈਪਟ ਹੈਗਾ ਆ ਤੁਹਾਨੂੰ ਇਹ ਸਮਝਣ ਦੀ ਲੋੜ ਹੈਗੀ ਹੈ ਕਿ ਇੰਡਕਟਿਵ ਮੈਥਡ ਵਿੱਚ ਹੁੰਦਾ ਕੀ ਹੈ ਐਂਡ ਡਿਡਕਟਿਵ ਮੈਥਡ ਵਿੱਚ ਹੁੰਦਾ ਕੀ ਹੈ। ਐਂਡ ਇਹ ਟੌਪਿਕ ਕਾਫੀ ਇੰਪੋਰਟੈਂਟ ਹੈ, ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹ ਛੋਟਾ ਜਿਹਾ ਟੌਪਿਕ ਬੜੇ ਹੀ ਸਿੰਪਲੀਫਾਈਡ ਤਰੀਕੇ ਨਾਲ ਐਕਸਪਲੇਨ ਕੀਤਾ ਜਾਵੇ। ਐਂਡ ਤੁਸੀਂ ਕਈ ਵਾਰ ਵੇਖਿਆ ਵੀ ਹੋਊਗਾ ਕਿ ਇੰਡਕਟਿਵ ਮੈਥਡ ਐਂਡ ਡਿਡਕਟਿਵ ਮੈਥਡ ਨਾਲ ਬੱਚਿਆਂ ਨੂੰ ਅੰਗਰੇਜ਼ੀ ਗ੍ਰਾਮਰ ਵੀ ਪੜ੍ਹਾਈ ਜਾਂਦੀ ਹੈ, ਕਿਉਂਕਿ ਪਹਿਲਾਂ ਬੱਚਿਆਂ ਨੂੰ ਕੁਝ ਐਗਜ਼ਾਮਪਲਸ ਦੱਸ ਦਿੱਤੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਬੱਚਿਆਂ ਨੂੰ ਰੂਲਸ ਵਗੈਰਾ ਦੱਸੇ ਜਾਂਦੇ ਆ। ਐਂਡ ਕੁਝ ਤਰੀਕੇ ਇਹੋ ਜਿਹੇ ਹੁੰਦੇ ਆ, ਇਹ ਤਾਂ ਆਪਾਂ ਇੰਡਕਟਿਵ ਮੈਥਡ ਦੀ ਗੱਲ ਕੀਤੀ ਆ। ਡਿਡਕਟਿਵ ਮੈਥਡ ਦੇ ਵਿੱਚ ਬੱਚਿਆਂ ਨੂੰ ਪਹਿਲਾਂ ਰੂਲਸ ਵਗੈਰਾ ਦੱਸ ਦਿੱਤੇ ਜਾਂਦੇ ਆ, ਉਸ ਤੋਂ ਬਾਅਦ ਸੈਂਟੈਂਸ ਵਗੈਰਾ ਕਰਵਾਏ ਜਾਂਦੇ ਆ। ਸੋ ਉਹ ਕੀ ਆ ਜੀ, ਉਹ ਰੂਲਸ ਟੂ ਐਗਜ਼ਾਮਪਲਸ ਵੱਲ ਜਾਂਦੇ ਆ। ਦੋਨਾਂ ਹੀ ਮੈਥਡ ਦੀ ਆਪਣੀ ਆਪਣੀ ਇੰਪੋਰਟੈਂਸ ਹੈਗੀ ਆ, ਡਿਪੈਂਡ ਕਰਦਾ ਕਿ ਕਿਹੋ ਜਿਹੀ ਸਿਚੁਏਸ਼ਨ ਵਿੱਚ ਆਪਾਂ ਨੂੰ ਕਿਹੜੇ ਮੈਥਡ ਨਾਲ ਪੜ੍ਹਾਉਣ ਦੀ ਲੋੜ ਪੈ ਰਹੀ ਆ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਆ ਖਤਮ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਆ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।